ਹੈ। ਰਾਮ ਕਲੀ ਮਹੱਲਾ ਪੰਜਵਾ। ਸਿੱਖਾਂ ਨੇ ਸਤਿਗੁਰਾਂ ਦੇ ਪਾਸ ਬੇਨਤੀ ਕੀਤੀ ਕਿ ਮਹਾਰਾਜ ਜੀ, ਪਰਮਾਤਮਾ ਦਾ ਨਾਮ ਕਿੰਨਾ ਕੁ ਚਿਰ ਜਪਣਾ ਚਾਹੀਦਾ, ਕਿੰਨਾ ਕੁ ਚਿਰ ਜਪੀਏ, ਇਹਦੇ ਜਪਣ ਦਾ ਕੀ ਲਾਭ ਹੋਵੇਗਾ। ਤਾਂ ਰਾਮਕਲੀ ਰਾਗ 'ਚ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਪੰਜਵੇਂ ਪਾਤਸ਼ਾਹ ਇਹ ਪਾਵਨ ਸ਼ਬਦ ਉਚਾਰਨ ਕਰਕੇ ਉੱਤਰ ਬਖਸ਼ਦੇ ਹਨ। ਰੈਣ ਦਿਨ ਸੁਜਪੋ ਹਰ ਨਾਉ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਵੀ ਤੁਹਾਨੂੰ ਭੁੱਖ ਲੱਗਦੀ ਹੈ ਤੇ ਤੁਸੀਂ ਆਪਣੇ ਆਪ ਹੀ ਰਸੋਈ ਵਿੱਚ ਜਾ ਕੇ ਪ੍ਰਸ਼ਾਦਾ ਛਕਦੇ ਹੋ। ਕਈ ਵਾਰ ਟਾਈਮ ਹੁੰਦਾ ਵੀ ਨਹੀਂ ਹੈ, ਭੁੱਖ ਲੱਗ ਗਈ ਹੈ, ਸਾਨੂੰ ਛਕਣ ਦੀ ਜ਼ਰੂਰਤ ਹੈ, ਥੋੜ੍ਹਾ ਬਹੁਤਾ ਕੁਝ ਨਾ ਕੁਝ ਮੂੰਹ 'ਚ ਪਾਈਦਾ। ਜਦ ਪਿਆਸ ਲੱਗਦੀ ਹੈ ਤਾਂ ਆਪਾਂ ਪਾਣੀ ਪੀਂਦੇ ਹਾਂ। ਇਉਂ ਜਿਹਨੂੰ ਭੁੱਖ ਲੱਗਦੀ ਹੈ ਅਤੇ ਪਿਆਸ ਲੱਗਦੀ ਹੈ, ਉਹ ਘੜੀ ਨਹੀਂ ਵੇਖਦਾ, ਟਾਈਮ ਨਹੀਂ ਵੇਖਦਾ। ਫਿਰ ਨਾਮ ਵਾਲੇ ਪਾਸੇ ਆਪਾਂ ਕਿਉਂ ਟਾਈਮ ਵੇਖਦੇ ਹਾਂ ਬਈ? ਸਮਝ ਲਓ ਸਾਨੂੰ ਭੁੱਖ ਨਹੀਂ ਲੱਗੀ, ਸਾਨੂੰ ਪਿਆਸ ਨਹੀਂ ਲੱਗੀ। ਜਿਨ੍ਹਾਂ ਨੂੰ ਭੁੱਖ ਅਤੇ ਪਿਆਸ ਲੱਗੀ ਹੈ ਉਹ ਘੜੀ, ਉਹ ਟਾਈਮ ਵੇਖਦੇ ਹੀ ਨਹੀਂ ਵੀ ਟਾਈਮ ਕਿਹੜਾ ਹੈ ਕਿਹੜਾ ਨਹੀਂ ਹੈ, ਕਦੋਂ ਜਪੀਏ ਕਦੋਂ ਨਾ ਜਪੀਏ। ਇਹ ਕੋਈ ਜੋਤਿਸ਼ ਵਿੱਦਿਆ ਦਾ ਕੋਈ ਮਹੂਰਤ ਥੋੜ੍ਹਾ ਕਢਾਉਣਾ। ਇਹ ਤਾਂ ਇਨਸਾਨ ਪ੍ਰਾਣੀ ਤੋਂ ਆਇਆ ਲਾਹਾ ਲੈਣ, ਨਾਮ ਜਪਣ ਦਾ ਲਾਹਾ ਲੈਣ ਲਈ ਤਾਂ ਸੰਸਾਰ ਵਿੱਚ ਆਇਆ। ਪਰ ਲੱਗਾ ਕੇਤੂ ਕੋ ਫਕੜੇ ਸਭ ਮੁੱਕਦੀ ਚੱਲੀ ਰਹਿਣ। ਕਿੰਨਾ ਕੰਮਾਂ ਦੇ ਵਿੱਚ ਲੱਗਾ ਹੋਇਆ ਹੈ। ਇਹ ਉਮਰ ਰੂਪੀ ਰਾਤ ਬਤੀਤ ਹੁੰਦੀ ਜਾ ਰਹੀ ਹੈ। ਇਹ ਸਵਾਲ ਹੀ ਨਹੀਂ ਬਣਦਾ ਕਿ ਕਿਹੜਾ ਟਾਈਮ ਹੈ, ਕਿੰਨਾ ਕੁ ਚਿਰ ਜਪੀਏ। ਇਹ ਮਨੁੱਖਾ ਜਨਮ ਤਾਂ ਹੋਇਆ ਹੀ ਆਇਓ ਸੁਣਨ ਪੜ੍ਹਨ ਕਉ ਬਾਣੀ। ਸਿੱਖ ਦਾ ਜਨਮ ਸਿੱਖ ਦੇ ਘਰ ਬਾਣੀ ਪੜ੍ਹਨ ਅਤੇ ਸੁਣਨ ਵਾਸਤੇ ਹੀ ਹੋਇਆ ਹੈ। ਜੇ ਕੋਈ ਸਿੰਘ ਨਾਮ ਵਾਲਾ ਸਿੱਖ ਸਵਾਲ ਕਰੇ ਕਿ ਕਿਹੜਾ ਟਾਈਮ ਹੈ ਜੀ, ਕਿੰਨਾ ਕੁ ਚਿਰ ਜਪੀਏ ਜੀ, ਉਹਦਾ ਤਾਂ ਸਵਾਲ ਹੀ ਬਿਲਕੁਲ ਗਲਤ ਹੈ। ਤੈਨੂੰ ਮਹਾਰਾਜ ਨੇ ਸਿੱਖ ਬਣਾਇਆ, ਪੰਜਾਬੀ ਸਿਖਾਈ ਹੈ। ਇਸ ਲਈ ਸਭਨਾਂ ਦਾ ਫਰਜ਼ ਬਣਦਾ ਹੈ ਕਿ ਨਿਤਨੇਮ ਸਹਿਜ ਪਾਠ ਜਿੰਨਾ ਵੀ ਹੋਵੇ ਉਹਨਾਂ ਆਪਾਂ ਕਰੀ ਚੱਲੀਏ। ਆਇਓ ਸੁਣਨ ਪੜ੍ਹਨ ਕਉ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਜੇ ਕੋਈ ਮੈਨੂੰ ਸਵਾਲ ਕਰੇ ਕਿ ਬਾਣੀ ਪੜ੍ਹਨ ਦਾ ਜਾਂ ਨਾਮ ਜਪਣ ਦਾ ਕੀ ਟਾਈਮ ਹੈ, ਮੈਂ ਤਾਂ ਹੱਥ ਬੰਨ੍ਹ ਕੇ ਹੀ ਬੇਨਤੀ ਕਰਦਾ ਕਿ ਕੋਈ ਟਾਈਮ ਨਹੀਂ ਹੈ। ਟਾਈਮ ਤਾਂ ਬੰਦੇ ਦੇ ਆਪਣੇ ਹਨ। ਹੁਣ ਸਾਡੀ ਇੰਡੀਆ ਦੀ ਘੜੀ ਜਿਹੜੀ ਹੈ ਇਹ ਕੁਝ ਹੋਰ ਦੱਸ ਰਹੀ ਹੈ। ਤੁਸੀਂ ਅਮਰੀਕਾ ਫੋਨ ਲਾ ਲਓ, ਉਹਨਾਂ ਨੂੰ ਪੁੱਛੋ ਵੀ ਤੁਹਾਡੇ ਕੀ ਟਾਈਮ ਹੋਇਆ, ਉਹ ਕੁਝ ਹੋਰ ਦੱਸਣਗੇ। ਇੰਗਲੈਂਡ ਫੋਨ ਲਾ ਲਓ, 4 ਸਾਢੇ 4 ਘੰਟੇ ਦਾ ਫਰਕ, ਉਹ ਕੁਝ ਹੋਰ ਦੱਸਣਗੇ। ਹਾਂਗਕਾਂਗ ਫੋਨ ਲਾ ਲਓ, ਉਹ ਕੁਝ ਹੋਰ ਦੱਸਣਗੇ। ਅਤੇ ਮੈਂ ਤਾਂ ਇਹੀ ਸੋਚਦਾ ਰਹਿੰਦਾ ਕਿ ਸੱਚਖੰਡ ਵਾਲੀ ਘੜੀ ਉਹ ਪਤਾ ਨਹੀਂ ਕਿਹਦੇ ਨਾਲ ਰਲੀ ਹੋਏਗੀ। ਫਿਰ ਰਹਿਰਸ ਦਾ ਪਾਠ ਕਦੋਂ ਕਰੀਏ, ਸਮਝ ਨਹੀਂ ਆਉਂਦੀ। ਆਸਾ ਦੀ ਵਾਰ ਰਹਿ ਰਸ, ਜੇ ਆਪਾਂ ਕਹੀਏ ਵੀ ਇਹਨਾਂ ਦਾ ਵੀ ਸਮਾਂ ਹੈ ਅਤੇ ਉਹ ਸੱਚਖੰਡ ਵਾਲੀ ਘੜੀ ਕਿਸ ਤਰ੍ਹਾਂ ਹੋਏਗੀ? ਕਿਉਂਕਿ ਪਹੁੰਚਣਾ ਤਾਂ ਆਪਾਂ ਉੱਥੇ ਹੀ ਹੈ, ਅਟੈਚਮੈਂਟ ਤਾਂ ਉੱਥੋਂ ਨਾਲ ਹੀ ਹੈ। ਉਹ ਕਨੇਡਾ 'ਚ ਇੱਕ ਵਾਰ ਮੈਂ ਵੇਖਿਆ ਗਰਮੀਆਂ ਦੇ ਵਿੱਚ 10:30 ਵਜੇ ਆਪਾਂ ਰੋਟੀ ਪਾਣੀ ਖਾ ਕੇ ਵੀ ਬਾਹਰ ਨਿਕਲ ਆਏ, ਸਾਰੀ ਸਮਾਪਤੀ ਕਰਕੇ ਰਾਤ ਦੇ 10:30, ਅਤੇ ਸੂਰਜ ਸਿਰ 'ਤੇ ਆਕਾਸ਼ ਦੇ ਵਿੱਚ ਇਉਂ ਜਿਸ ਤਰ੍ਹਾਂ 5 ਵਜੇ ਹੁੰਦੇ ਨੇ। ਮਤਲਬ ਛਪਿਆ ਨਹੀਂ ਸੀ, ਛਪਣ ਦੇ ਮੂਡ ਦੇ ਵਿੱਚ ਸੀਗਾ, ਪੂਰਾ ਹਨੇਰਾ ਨਹੀਂ ਸੀ। ਸੂਰਜ ਅਜੇ ਵੀ 10:30 ਵੀ ਉੱਪਰ। ਇਸ ਵਾਸਤੇ ਇਹ ਤਾਂ ਆਪਦਾ ਹੀ ਹਿਸਾਬ ਕਿਤਾਬ ਹੈ ਸਾਡਾ। ਜਦੋਂ ਸਮਾਂ ਲੱਗਦਾ, ਜੇ ਕਹੀਏ ਕਿ ਕੀਰਤਨ ਸਵੇਲਾ ਰਾਤ ਨੂੰ ਹੈ, ਕਈ ਰਾਤ ਕੰਮ ਕਰਦੇ ਨੇ, ਉਹ ਸਵੇਰੇ ਸੌਂਦੇ ਨੇ, ਅਤੇ ਜਦੋਂ ਸੌਣਾ ਫਿਰ ਉਦੋਂ ਹੀ ਕਰਨਾ, ਮੈਂ ਤਾਂ ਇਹੀ ਸਮਝਿਆ। ਅਤੇ ਜੇ ਆਪਾਂ ਨਿਤਨੇਮ ਦੇ ਤੌਰ 'ਤੇ ਲੈ ਲਈਏ
ਫਿਰ ਪਤਾ ਜੇ ਰਾਤ ਕੰਮ ਕਰਨਾ ਜਾਂ ਜਾਗਣਾ ਹੈ ਤਾਂ ਰਹਿ ਰਸ ਦੇ ਨਾਲ ਹੀ ਪੜ੍ਹ ਦਿਓ। ਰਹਿ ਰਸ ਦਾ ਸਮਾਂ ਜਦੋਂ ਸੂਰਜ ਦੀ ਟਿੱਕੀ ਛਪਦੀ ਹੈ, ਸੰਧਿਆ ਦਾ ਸਮਾਂ, ਉਸ ਵਕਤ ਇੱਕ ਰਹਿ ਰਸ ਤੇ ਇੱਕ ਕੀਰਤਨ ਸੋਹਿਲਾ। ਬਾਕੀ ਬਾਣੀ ਦਾ ਕੋਈ ਟਾਈਮ ਨਹੀਂ, ਜਦੋਂ ਮਰਜ਼ੀ ਪੜ੍ਹੋ। ਸੰਤਾਂ ਦਾ ਇਹ ਮਤ ਹੈ ਕਿ 12 ਵਜੇ ਤੋਂ ਪਹਿਲਾਂ ਪਹਿਲਾਂ, ਦੁਪਹਿਰ ਦੇ 12 ਵਜੇ ਤੋਂ ਪਹਿਲਾਂ ਪਹਿਲਾਂ ਹੋ ਸਕੇ ਤਾਂ ਨਿਤਨੇਮ ਸਮਾਪਤ ਕਰ ਲਓ। ਅਤੇ ਚਲੋ ਜੇ ਲੇਟ ਹੋ ਗਿਆ ਫਿਰ ਵੀ ਕੋਈ ਗੱਲ ਨਹੀਂ, ਰਹਿ ਰਸ ਤੋਂ ਪਹਿਲਾਂ ਪਹਿਲਾਂ ਕਰ ਲਓ। ਅਤੇ ਫਿਰ ਵੀ ਲੇਟ ਹੋ ਗਿਆ, ਸੌਣ ਤੋਂ ਪਹਿਲਾਂ ਕਰ ਲਓ। ਕਈ ਵਾਰ ਬਿਮਾਰੀ ਸ਼ੁਮਾਰੀ, ਕੋਈ ਸਫ਼ਰ, ਕੋਈ ਥਕਾਵਟ, ਸਰੀਰਾਂ ਦਾ 100 ਹਿਸਾਬ ਕਿਤਾਬ ਹੈ ਤਾਂ ਅਗਲੇ ਦਿਨ ਕਰ ਲਓ। ਪਰ ਹੋ ਸਕਦਾ ਵੀ ਅੱਜ ਦਾ ਕੱਲ੍ਹ 'ਤੇ ਨਾ ਛੱਡੋ, ਫਿਰ ਜਮ੍ਹਾਂ ਇੰਨਾ ਹੋ ਜਾਂਦਾ, ਕਰਨਾ ਔਖਾ ਹੋ ਜਾਂਦਾ। ਤਾਂ ਇਸ ਲਈ ਜਦੋਂ ਵੀ ਆਪ ਦਾ ਸਮਾਂ, ਆਪ ਦਾ ਮੂਡ ਹੈ, ਉਸੇ ਵਕਤ ਹੀ ਮਹਾਰਾਜ ਦਾ ਨਾਮ ਜਪਣਾ, ਨਿਤਨੇਮ ਕਰਨਾ, ਕੋਈ ਸਮਾਂ ਨਹੀਂ ਹੈ। ਜਦੋਂ ਵੀ ਚਿੱਤ ਮੰਨੇ, ਮਨ ਮੰਨੇ ਦੇ ਮੇਲੇ ਹਨ। ਇਹ ਮਨ ਹਰਿ ਜੀ ਧਿਆਏ ਤੋਂ ਇੱਕ ਮਨ ਇੱਕ ਚਿੱਤ ਭਾਏ, ਹਰਿ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਇਸ ਵਾਸਤੇ ਮਹਾਰਾਜ ਦਾ ਇਹ ਹੁਕਮ ਹੈ, ਰੈਣ ਦਿਨਸ ਜਪੋ ਹਰਿ ਨਾਉ। ਰਾਤ ਵੀ ਪੈਂਦੀ ਹੈ ਅਤੇ ਦਿਨ ਵੀ ਚੜ੍ਹਦਾ ਹੈ, ਇੰਨੇ ਤਾਂ ਤੁਰਦੇ ਰਹਿਣਾ ਹੈ। ਰਾਤ ਵੀ ਪੈਂਦੀ ਰਹਿਣੀ ਹੈ, ਦਿਨ ਵੀ ਚੜ੍ਹਦਾ ਰਹਿਣਾ। ਜੇ ਬੰਦਾ ਇਹੀ ਸੋਚੂਗਾ ਕਿ ਮੈਂ ਵਿਹਲਾ ਹੋ ਕੇ ਰਾਤ ਨੂੰ ਕਰੂੰਗਾ, ਫਿਰ ਨੀਂਦਰ ਆ ਜਾਏਗੀ। ਸੋਚੂਗਾ ਉੱਠ ਕੇ ਕਰੂੰਗਾ, ਉੱਠਦਿਆਂ ਸਾਰ ਫਿਰ ਕੰਮ ਆ ਕੇ ਘੇਰ ਲੈਂਦੇ ਨੇ। ਇਸ ਤਰ੍ਹਾਂ ਅੱਜ ਕੱਲ੍ਹ ਕਰਦਿਆਂ ਕਾਲ ਵਿਆਪੈ, ਫਿਰ ਮੌਤ ਆ ਕੇ ਘੇਰ ਲੈਂਦੀ ਹੈ। ਸਮਾਂ ਗੁਜ਼ਰਦਾ ਜਾਂਦਾ, ਜਿਹੜਾ ਸੋਚਦਾ ਕਿ ਵਿਹਲਾ ਹੋ ਕੇ ਜਪਾਂਗਾ, ਉਹ ਵਿਹਲਾ ਹੋ ਨਹੀਂ ਸਕਦਾ। ਇਸ ਲਈ ਰਹਿਣ ਦਿਨਸ ਦਾ ਭਾਵ ਇਹ ਹੈ ਕਿ ਕੰਟੀਨਿਊ, ਲਗਾਤਾਰ, ਦਿਨੇ ਵੀ ਰਾਤ ਵੀ। ਸੋ ਰਹਿਣ ਦਿਨਸ ਜਪੋ ਹਰਿ ਨਾਉ, ਦਿਨ ਰਾਤ ਲਗਾਤਾਰ ਪਰਮਾਤਮਾ ਦਾ ਨਾਮ ਜਪਣਾ ਕਰੋ। ਰਾਤੀ ਦਿਨਸ ਸੁਹੇਲੀਆਂ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਣ ਨਾਲ ਰਾਤ ਵੀ ਸੁਹੇਲੀ ਅਤੇ ਨੀਂਦ ਸੁਹੇਲੀ। ਨਾਮ ਕੀ ਲਾਗੀ ਭੂਖ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚਲੀਐ ਦੁਖ। ਜਿਹਨੂੰ ਸੱਚੇ ਨਾਮ ਦੀ ਭੁੱਖ ਲੱਗੀ ਹੈ ਅਤੇ ਉਹ ਫਿਰ ਕੁਝ ਵੀ ਨਹੀਂ ਸੋਚਦਾ ਹੈ। ਪਿਆਸਾ ਬੰਦਾ ਪਾਣੀ ਕੋਲ ਜਾਂਦਾ, ਭੁੱਖਾ ਬੰਦਾ ਰੋਟੀ ਦੇ ਕੋਲ ਜਾਂਦਾ, ਉਹ ਛਕਦਾ ਹੀ ਹੈ। ਸੋ ਇਸ ਤਰੀਕੇ ਦੇ ਨਾਲ ਜਿਹਨੂੰ ਭੁੱਖ ਲੱਗ ਗਈ ਹੈ, ਉਹ ਦਿਨ ਨਹੀਂ ਵੇਖਦਾ, ਰਾਤ ਨਹੀਂ ਵੇਖਦਾ। ਦਿਨ ਅਤੇ ਰਾਤ ਸੋ ਭੁੱਖ ਵਾਲਿਆਂ ਦੇ ਸਫਲੇ ਹਨ, ਜਿਨ੍ਹਾਂ ਨੂੰ ਨਾਮ ਦੀ ਭੁੱਖ ਲੱਗੀ ਹੈ। ਬਾਕੀ ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਨਾਮ ਨਾ ਜਾਣਿਆ ਰਾਮ ਕਾ, ਮੂੜੇ ਫਿਰ ਪਾਛੇ ਪਛਤਾਹੇ ਰੇ। ਰਾਤਾਂ ਸੌਂ ਕੇ ਗੁਜ਼ਾਰ ਦਿੱਤੀ ਅਤੇ ਜਿਉਂ 7-8 ਵਜੇ ਤੋਂ ਸੁੱਤੇ, ਸਵੇਰੇ 6-7 ਵਜੇ ਤੱਕ 12-12 ਘੰਟੇ, ਅਤੇ ਦਿਨ ਜਿਹੜਾ ਖਾ ਪੀ ਕੇ ਗੁਜ਼ਾਰ ਦਿੱਤਾ। ਸਾਰੀ ਦਿਹਾੜੀ ਖਾਣ ਪੀਣ ਵਿੱਚ ਹੀ ਲੰਘ ਗਈ। ਇੱਕ ਟਾਈਮ ਬੈਠ ਕੇ ਜਿੰਨੀ ਮਰਜ਼ੀ ਬੰਦਾ ਖਾ ਲਏ, ਰੱਜ ਕੇ ਛਕ ਲਏ, ਬਾਅਦ ਦੇ ਵਿੱਚ ਸਬਰ ਸੰਤੋਖ ਦੇ ਨਾਲ ਚੜ੍ਹਦੀ ਕਲਾ ਵਿੱਚ ਰਹੇ, ਸ਼ਾਮ ਨੂੰ ਫਿਰ ਛਕ ਲਏ। ਜਿਹੜਾ ਬਾਰ-ਬਾਰ ਉਹਦੇ ਨਾਲ ਧਿਆਨ ਫਿਰ ਖਾਣ ਪੀਣ 'ਚ ਹੀ ਰਹਿੰਦਾ। ਮਹਾਰਾਜ ਕਹਿੰਦੇ ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲਿਆ ਜਾਏ। ਮਤਲਬ ਜ਼ਿੰਦਗੀ ਇਹ ਨਹੀਂ ਸੋਚਣਾ ਵੀ ਖਾਣ ਪੀਣ ਵਾਸਤੇ ਪਰਮਾਤਮਾ ਨੇ ਦਿੱਤੀ ਹੈ। ਖਾਣਾ ਪੀਣਾ, ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ, ਕਸਮ ਸਾਰ ਖੁਆਰੀ ਕੀ ਨਹੀਂ ਤ੍ਰਿਗ ਜਿਮ ਨਹੀਂ ਰਹਿਣਾ। ਜ਼ਿੰਦਗੀ ਜੂਨ ਲਈ ਖਾਣ ਪੀਣ ਹੈ। ਇਸ ਲਈ ਪਾਤਸ਼ਾਹ ਜੀ ਕਥਨ ਕਰਦੇ ਨੇ ਕਿ ਰਾਤ ਨਾ ਵੇਖੋ ਅਤੇ ਦਿਨ ਨਾ ਵੇਖੋ। ਜਦੋਂ ਵੀ ਤੁਹਾਡਾ ਚਿੱਤ ਕਰਦਾ, ਜਦੋਂ ਤੁਹਾਡਾ ਟਾਈਮ ਲੱਗਦਾ, ਉਦੋਂ ਬਸ ਮਾਲਾ ਫੜ ਕੇ ਬੈਠ ਜਾਓ, ਸ੍ਰੀ ਗੁਟਕਾ ਸਾਹਿਬ ਪਕੜ ਕੇ ਬੈਠ ਜਾਓ। ਅੱਜ ਕੱਲ੍ਹ ਤਾਂ ਮੋਬਾਇਲਾਂ 'ਤੇ ਹੀ ਸਭ ਕੁਛ ਹੈ। ਪਹਿਲਾਂ ਮੈਂ ਕੀ ਕਰਨਾ, ਉਹ ਪਰਚੀਆਂ ਜਿਹੀਆਂ ਲਿਖਣੀਆਂ ਅਤੇ ਪਾਠ ਭੁੱਲ ਜਾਂਦਾ ਸੀਗਾ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਅਤੇ ਉਹ
ਇਹ ਪੰਕਤੀ ਜਿਹੜੀ ਹੈ ਤੂੰ ਮੰਨੇ ਕੀ ਗਤ ਕਹੀ ਨਾ ਜਾਏ, ਉਹ ਵਿੱਚ ਰਲ ਜਾਣੀ ਸੋਦਰ ਦੇ ਵਿੱਚ ਉਹ ਰਹਿ ਰਸ ਦਾ ਪਾਠ ਸ਼ੁਰੂ ਹੋ ਜਾਣਾ, ਉਹ ਪਰਚੀਆਂ 'ਤੇ ਲਿਖਣੀਆਂ ਪੰਕਤੀਆਂ। ਅਤੇ ਅੱਜ ਕੱਲ੍ਹ ਤਾਂ ਮਹਾਰਾਜ ਨੇ ਸਿਸਟਮ ਹੀ ਬੜੇ ਹਾਈ ਫਾਈ ਦਿੱਤੇ ਨੇ ਸਾਡੀਆਂ ਜੇਬਾਂ ਦੇ ਵਿੱਚ। ਮੈਨੂੰ ਇੰਨੀ ਖੁਸ਼ੀ ਹੋਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸੰਪੂਰਨ ਸਰੂਪ ਜਿੱਥੋਂ ਮਰਜ਼ੀ ਪੰਕਤੀ ਲੱਭ ਲਓ, ਮੋਬਾਇਲਾਂ ਦੇ ਵਿੱਚ ਹੀ ਸਭ ਕੁਛ ਹੈ। ਜਦੋਂ ਮਰਜ਼ੀ ਖੋਲ੍ਹ ਕੇ ਵੇਖ ਲਓ, ਜਦੋਂ ਮਰਜ਼ੀ ਬੰਦ ਕਰ ਦਿਓ। ਜਦੋਂ ਪੜ੍ਹਨਾ ਉਦੋਂ ਜੁੱਤੀ ਲਾ ਲਓ, ਅਤੇ ਜਦੋਂ ਸੰਤੋਖ ਦਾ ਉਦੋਂ ਫਿਰ ਜੁੱਤੀ ਭਾਵੇਂ ਪਾ ਲਓ। ਜਦੋਂ ਵੇਖ ਕੇ ਪਾਠ ਕਰਨਾ ਉਦੋਂ ਜੁੱਤੀ ਲੱਥੀ ਹੋਣੀ ਚਾਹੀਦੀ ਹੈ, ਸਿਰ ਢੱਕਿਆ ਹੋਣਾ ਚਾਹੀਦਾ। ਜੇ ਜ਼ਬਾਨੀ ਕਰਨਾ ਅਤੇ ਫਿਰ ਕੋਈ ਗੱਲ ਨਹੀਂ, ਆਪਦੇ ਮੂੰਹ ਦੇ ਵਿੱਚ ਥੋੜ੍ਹਾ ਜਿਹਾ ਕੰਨਾਂ ਨੂੰ ਸੁਣਾ ਕੇ। ਜੇ ਉੱਚੀ ਕਰਨਾ ਫਿਰ ਪੂਰੇ ਸਤਿਕਾਰ ਨਾਲ ਚੌਂਕੜਾ ਮਾਰ ਕੇ, ਅਤੇ ਜੇ ਆਪਦੇ ਆਪ 'ਚ ਗੁਪਤ ਕਰਨਾ ਫਿਰ ਕੋਈ ਗੱਲ ਨਹੀਂ। ਤੋ ਇਸ ਲਈ ਮਹਾਰਾਜ ਕਹਿੰਦੇ ਨੇ ਕਿ ਦਿਨੇ ਅਤੇ ਰਾਤ ਕਦੋਂ ਵੀ ਜਦੋਂ ਤੁਹਾਡਾ ਚਿੱਤ ਮੰਨੇ, ਜਦੋਂ ਤੁਸੀਂ ਰਿਲੈਕਸ ਹੋਵੋ ਅਤੇ ਮਨ ਦੀ ਖੁਸ਼ੀ ਦੇ ਨਾਲ, ਕਿਉਂਕਿ ਸਾਡਾ ਜਿਹੜਾ ਕੰਮ ਹੈ ਇਹ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਬੱਧੇ ਚੱਟੀ ਵਾਲਾ ਨਹੀਂ ਹੈ। ਨਾ ਤਾਂ ਆਪ ਨੂੰ ਕੋਈ ਗੁਣ ਮਿਲਦਾ, ਨਾ ਦੂਜੇ ਦੇ ਪਰਉਪਕਾਰ ਹੁੰਦਾ। ਇਹ ਖੁਸ਼ੀ ਦਾ ਕੰਮ ਹੈ। ਛੇਤੀ ਖੁਸ਼ੀ ਸਵਾਰੀ ਹੈ ਨਾਨਕ ਘਰ ਸਾਰ। ਖੁਸ਼ੀ ਨਾਲ ਜਿਹੜਾ ਕਾਰਜ ਹੋਵੇ ਉਹ ਕੰਮ ਹੀ ਸਬਰ ਦਾ ਹੈ। ਖੁਸ਼ੀ ਦੇ ਨਾਲ ਕੀਤਾ ਥੋੜ੍ਹੇ ਮਿੰਟਾਂ 'ਚ ਪੂਰਾ ਹੋ ਜਾਂਦਾ। ਜਿਹੜਾ ਬੱਧਾ ਚੱਟੀ ਹੈ ਉਹ ਭਾਵੇਂ ਸਾਰੀ ਦਿਹਾੜੀ ਲੱਗੇ ਰਹੋ। ਇਸ ਲਈ ਪਾਤਸ਼ਾਹ ਜੀ ਫਰਮਾਉਂਦੇ ਹਨ, ਦਿਨ ਅਤੇ ਰਾਤ ਲਗਾਤਾਰ ਪਰਮਾਤਮਾ ਦਾ ਨਾਮ ਜਪਣਾ ਕਰੋ ਭਾਈ। ਕਈ ਤਰਕ ਕਰਦੇ ਹਨ ਕਿ ਰੱਬ ਨੂੰ ਸੌਣ ਦਿਓ, ਰੱਬ ਸੌਂਦਾ ਨਹੀਂ ਹੈ। ਜੇ ਸਾਨੂੰ ਨੀਂਦ ਆਈ ਹੈ ਤੁਸੀਂ ਸੌਂ ਸਕਦੇ ਹੋ। ਵੇਖੋ ਰੇਲ ਗੱਡੀਆਂ, ਹਵਾਈ ਜਹਾਜ਼ ਦਿਨ ਰਾਤ ਚੱਲਦੇ ਨੇ। ਇੰਝ ਨਾਮ ਜਪਣ ਵਾਲੇ ਪਾਸੇ ਸਾਨੂੰ ਤਰਕ ਨਹੀਂ ਕਰਨੀ ਚਾਹੀਦੀ। ਦਿਨ ਰਾਤ ਕਹਿੰਦੇ ਮਹਾਰਾਜ ਦਾ ਨਾਮ ਜਪੋ। ਆਗੈ ਦਰਗਹਿ ਪਾਵੋ ਥਾਉ। ਇਸ ਤਰ੍ਹਾਂ ਤੁਸੀਂ ਅੱਗੇ ਪਰਲੋਕ ਦੇ ਵਿੱਚ ਪ੍ਰਭੂ ਦੀ ਦਰਗਾਹ ਦੇ ਵਿੱਚ ਥਾਂ ਪਾ ਲਵੋਗੇ। ਜਾਂ ਇਸੇ ਪ੍ਰਕਾਰ ਆਗੈ ਦਰਗਹਿ ਪਾਵੋ ਥਾਉ। ਦਰ ਗਹਿ, ਦਰ ਅੰਦਰ ਜੋ ਤੁਰਿਆ ਪਦ ਰੂਪੀ ਗਹਿ ਜਗ੍ਹਾ ਹੈ, ਉਸ ਵਿੱਚ ਥਾਂ ਸਥਿਤੀ ਪਾ ਲਵੋਗੇ। ਜੇ ਦਿਨ ਰਾਤ ਮਹਾਰਾਜ ਦਾ ਨਾਮ ਜਪੋਗੇ। ਸਦਾ ਆਨੰਦ ਨ ਹੋਵੀ ਸੋਗਾ। ਫਿਰ ਹਮੇਸ਼ਾ ਆਨੰਦ ਸਰੂਪ ਦੀ ਪ੍ਰਾਪਤੀ ਹੋ ਜਾਏਗੀ ਅਤੇ ਕਦੇ ਵੀ ਵਿਛੋੜੇ ਆਦਿ ਕਰਕੇ ਗਮ ਨਹੀਂ ਹੋਵੇਗਾ। ਕਬਹੁ ਨਾ ਵਿਆਪੈ ਹਉਮੈ ਰੋਗ। ਫਿਰ ਕਦੇ ਵੀ ਹੰਗਤਾ ਮਮਤਾ ਦਾ ਰੋਗ ਵੀ ਤੁਹਾਨੂੰ ਨਹੀਂ ਲੱਗੇਗਾ। ਖੋਜੋ ਸੰਤਾ ਹੋ ਹਰਿ ਬ੍ਰਹਮ ਗਿਆਨੀ। ਇਹ ਸੰਤ ਜਨੋ ਹਰੀ ਪਰਮਾਤਮਾ ਦੇ ਪਿਆਰੇ ਬ੍ਰਹਮ ਗਿਆਨੀਆਂ ਨੂੰ ਲੱਭਣਾ ਕਰੋ, ਖੋਜਣਾ ਕਰੋ। ਇਸੇ ਪ੍ਰਕਾਰ ਖੋਜੋ ਸੰਤੋ ਹਰਿ ਬ੍ਰਹਮ ਗਿਆਨੀ। ਇਹ ਬ੍ਰਹਮ ਦੇ ਗਿਆਨ ਦੀ ਪ੍ਰਾਪਤੀ ਕਰਨ ਵਾਲੇ ਸੰਤ ਜਨੋ ਹਰੀ ਨੂੰ ਖੋਜਣਾ ਕਰੋ। ਇਸੇ ਪ੍ਰਕਾਰ ਖੋਜੋ ਸੰਤੋ ਹਰਿ ਬ੍ਰਹਮ ਗਿਆਨੀ। ਇਹ ਭਾਈ ਬ੍ਰਹਮ ਗਿਆਨੀ ਸੰਤ ਜਨਾਂ ਨੂੰ ਮਿਲ ਕੇ ਹਰੀ ਨੂੰ ਲੱਭਣਾ ਕਰੋ। ਬਿਸਮਨ ਬਿਸਮ ਭਏ ਬਿਸਮਾਦਾ। ਜੋ ਸੰਤ ਜਨ ਵਿਸਮਾਦ ਰੂਪ ਹਰੀ ਦੀ ਪ੍ਰਾਪਤੀ ਕਰਕੇ ਅਚਰਜ ਤੋਂ ਅਚਰਜ ਰੂਪ ਹੋਏ ਹਨ। ਪਰਮੰਗਤ ਪਾਵੈ ਹਰਿ ਸਿਮਰ ਪ੍ਰਾਨੀ। ਇਸ ਲਈ ਇਹ ਪ੍ਰਾਣਾਧਾਰੀ ਜੀਵ ਤੂੰ ਵੀ ਉਹਨਾਂ ਨਾਲ ਮਿਲ ਕੇ ਪਰਮਾਤਮਾ ਨੂੰ ਸਿਮਰਨਾ ਕਰ, ਜਿਸ ਕਰਕੇ ਤੂੰ ਵੱਡੀ ਮੁਕਤੀ ਭਾਵ ਕੇਵਲ ਮੁਖ ਨੂੰ ਪਾ ਲਵੇਂਗਾ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਗਾਨ ਮਿਨ ਦੇਖੋ ਸਗਲ ਵਿਚਾਰ। ਇਹ ਭਾਈ ਅੱਖਰਾਂ ਦੇ ਨਾਲ ਗਿਣਤੀ ਕਰਕੇ ਤੇ ਸਾਲਾਂ ਮਹੀਨਿਆਂ ਦੇ ਨਾਲ ਮਿਣਤੀ ਕਰਕੇ ਤੇ ਆਪਣੇ ਸਵਾਸਾਂ ਦੀ ਗਿਣਤੀ ਕਰਕੇ ਵੇਦਾਂ ਸ਼ਾਸਤਰਾਂ ਦੇ ਪ੍ਰਮਾਣ ਰੂਪ ਗਜ਼ਾਂ ਨਾਲ ਮਿਣਤੀ ਕਰਕੇ ਸਾਰੇ ਵਿਚਾਰ ਨਿਰਣਾ ਕਰਕੇ ਦੇਖ ਲਵੋ। ਨਾਮ ਬਿਨਾ ਕੋ ਸਕੈ ਨਾ ਤਾਰ। ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਵੀ ਸੰਸਾਰ ਤੋਂ ਪਾਰ ਨਹੀਂ ਜੇ ਕਰ ਸਕਦਾ।
ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਸਗਲ ਉਪਾਵਨ ਚਾਲਹ ਸੰਗ, ਇਹ ਭਾਈ ਹੋਰ ਦੁਨੀਆ ਦੇ ਯੱਗ ਆਦਿਕ ਕਰਮਕਾਂਡ ਰੂਪ ਸਾਰੇ ਯਤਨ ਪਰਲੋਕ ਲਈ ਨਾਲ ਨਹੀਂ ਚੱਲਦੇ। ਭਵ ਜਲ ਤਰੀਐ ਪ੍ਰਭ ਕੈ ਰੰਗ, ਪਰਮਾਤਮਾ ਦੇ ਨਾਲ ਪ੍ਰੇਮ ਕਰਕੇ ਹੀ ਇਹ ਸੰਸਾਰ ਸਮੁੰਦਰ ਤੋਂ ਤਰੀਦਾ ਹੈ। ਦੇਈ ਧੋਏ ਨਾ ਉਤਰੈ ਮੈਲ, ਤੀਰਥਾਂ ਆਦਿਕ ਉੱਪਰ ਸਰੀਰ ਧੋਣ ਨਾਲ ਅੰਤःਕਰਨ ਦੀ ਪਾਪਾਂ ਰੂਹ ਮੈਲ ਇਹ ਉਤਰਦੀ ਲੈਂਦੀ ਨਹੀਂ ਹੈ। ਹਉ ਮੈਂ ਵਿਆਪੈ ਦੁਬਦਾ ਫੈਲ, ਉਥੇ ਸਗੋਂ ਹੰਕਤਾ ਮਮਤਾ ਵਿਆਪਦੀ ਅਤੇ ਜੀਵ ਦੁਚਿੱਤੇ ਪੁਣੇ ਵਾਲੇ ਕਰਮ ਕਰਦਾ ਹੈ। ਹਰ ਹਰ ਔਖਦ ਜੋ ਜਨ ਖਾਏ, ਇਹ ਭਾਈ ਹਰੇ ਪਰੇ ਕਰਨ ਵਾਲੇ ਹਰੀ ਪਰਮਾਤਮਾ ਦੀ ਨਾਮ ਰੂਪ ਦਵਾਈ ਨੂੰ ਜੋ ਵੀ ਮਨੁੱਖ ਖਾਂਦਾ ਹੈ, ਤਾਂ ਕਾ ਰੋਗ ਸਗਲ ਮਿਟ ਜਾਏ। ਤਾਂ ਉਸ ਦਾ ਜਨਮਾਂ ਜਨਮਾਤਰਾਂ ਦਾ ਸਾਰਾ ਹਉਮੈ ਆਦਿਕ ਦਾ ਰੋਗ ਨਿਵਰਤ ਹੋ ਜਾਂਦਾ ਹੈ। ਕਰ ਕਿਰਪਾ ਪਾਰ ਬ੍ਰਹਮ ਦਿਆਲ, ਇਸ ਪ੍ਰਕਾਰ ਬੇਨਤੀ ਕਰੀਏ ਕਿ ਹੇ ਦਇਆ ਦੇ ਘਰ ਪ੍ਰਮਾਤਮਾ ਸਾਡੇ ਤੇ ਆਪਣੀ ਕਿਰਪਾ ਮਿਹਰ ਕਰ, ਆਪਣੀ ਮਿਹਰ ਕਰ, ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ। ਸਦਾ ਸਦਾ ਤੇਰਾ ਸਦਾ ਸਦਾ ਜਪੀ ਤੇਰਾ ਨਾਉ ਸਤਿਗੁਰ ਪਾਈ ਪੈ। ਦਇਆ ਕਰੋ ਦਇਆਲ ਆਪਣੀ ਸਿਫਤ ਦੇਹੋ, ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਹੈ। ਮਨ ਤੇ ਗਬਹੁ ਨਾ ਬਿਸਰ ਗੋਪਾਲ, ਇਹ ਪ੍ਰਿਥਵੀ ਦੇ ਪਾਲਕ ਪਰਮਾਤਮਾ ਤੂੰ ਸਾਡੇ ਮਨ ਤੋਂ ਕਦੇ ਵੀ ਭੁੱਲਣਾ ਨਾ ਕਰ। ਤੇਰੇ ਦਾਸ ਕੀ ਹੋਆ ਤੂਰਾ, ਇਹ ਪਰਮਾਤਮਾ ਮੈਂ ਤੇਰੇ ਸੇਵਕਾਂ ਦੇ ਚਰਨਾਂ ਦੀ ਚਰਨ ਧੂੜ ਹੋਣਾ ਕਰਾਂ। ਨਾਨਕ ਕੀ ਪ੍ਰਭ ਸ਼ਰਧਾ ਪੂਰਾ, ਸਤਿਗੁਰੂ ਮਹਾਰਾਜ ਕਥਨ ਕਰਦੇ ਕਿ ਹੇ ਪ੍ਰਮਾਤਮਾ ਤੂੰ ਸਾਡੇ ਜਨਾਂ ਦੀ ਸ਼ਰਧਾ ਕਿਰਪਾ ਕਰਕੇ ਪੂਰੀ ਕਰ ਦੇ। ਰਾਮ ਕਲੀ ਮਹੱਲਾ ਪੰਜਵਾ, ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਆਪਦੇ ਸੰਤਾਂ ਦੇ ਚਰਨਾਂ ਦੀ ਧੂੜੀ ਬਣਾ ਦੇ ਮੇਰੀ ਸ਼ਰਧਾ ਹੈ। ਰਾਮਕਲੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਅਗਲਾ ਇਹ 34ਵਾਂ ਸ਼ਬਦ ਉਚਾਰਨ ਕਰ ਰਹੇ ਹਨ। ਤੇਰੀ ਸਰਣਾ ਪੁਰੇ ਗੁਰਦੇਵਾ, ਇਹ ਸ੍ਰੀ ਗੁਰੂ ਨਾਨਕ ਦੇਵ ਰੂਪ ਪੂਰਨ ਪਰਮਾਤਮਾ ਮੈਂ ਤੇਰੀ ਓਟ ਵਿੱਚ ਪਿਆ ਹਾਂ। ਤੁਧ ਬਿਨ ਦੂਜਾ ਨਹੀਂ ਕੋਈ, ਤੈਥੋਂ ਬਿਨਾ ਤੇਰੇ ਵਰਗਾ ਹੋਰ ਕੋਈ ਦੂਜਾ ਨਹੀਂ ਹੈ। ਕੋਈ ਦੂਜਾ ਹੋਏ ਸੋ ਅਵਰੋ ਕਹੀਐ। ਤੂੰ ਸਮਰੱਥ ਪੂਰਨ ਪਾਰ ਬ੍ਰਹਮ, ਇਹ ਵਿਆਪਕ ਪਰਮਾਤਮਾ ਤੂੰ ਸਰਬ ਸ਼ਕਤੀਵਾਨ ਹੈ। ਸੋ ਧਿਆਏ ਪੂਰਾ ਜਿਸ ਕਰਮ, ਉਹੀ ਤੈਨੂੰ ਧਿਆਉਂਦਾ ਆਰਾਧਨਾ ਕਰਦਾ ਜਿਸ ਦਾ ਪੂਰਨ ਭਾਗ ਹੁੰਦਾ ਹੈ। ਪੂਰਨ ਭਾਗ ਪਏ ਜਿਸ ਪ੍ਰਾਣੀ, ਸੋ ਜਿਸ ਪ੍ਰਾਣੀ ਦੇ ਪੂਰੇ ਭਾਗ ਨੇ ਉਹੀ ਤੈਨੂੰ ਧਿਆਉਂਦੇ ਹਨ। ਤਾਰਨ ਤਾਰਨ ਪ੍ਰਭ ਤੇਰੋ ਨਾਉ, ਇਹ ਪ੍ਰਮਾਤਮਾ ਤੇਰਾ ਨਾਮ ਸੰਸਾਰ ਸਮੁੰਦਰ ਤੋਂ ਜੀਵਾਂ ਨੂੰ ਪਾਰ ਕਰਨ ਲਈ ਜਹਾਜ਼ ਰੂਪ ਹੈ। ਏਕਾ ਸ਼ਰਨ ਗਹੀ ਮਨ ਮੇਰਾ, ਇਸ ਕਰਕੇ ਮੇਰੇ ਮਨ ਨੇ ਇੱਕ ਤੇਰੀ ਹੀ ਓਟ ਗ੍ਰਹਿਣ ਕੀਤੀ ਹੈ। ਤੁਧ ਬਿਨ ਦੂਜਾ ਨਹੀਂ ਠਾਓ, ਤੈਥੋਂ ਬਿਨਾ ਮੈਨੂੰ ਹੋਰ ਕੋਈ ਦੂਜਾ ਥਾਂ ਨਹੀਂ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ, ਜਪ ਜਪ ਜੀਵਾ ਤੇਰਾ ਨਾਉ, ਇਹ ਮੇਰੇ ਪ੍ਰਮਾਤਮਾ ਮੈਂ ਤੇਰਾ ਨਾਮ ਜਪ ਜਪ ਕੇ ਹੀ ਆਤਮਿਕ ਜੀਵਨ ਦੇ ਵਿੱਚ ਜਿਉਣਾ ਕਰਦਾ ਹਾਂ। ਆਗੈ ਦਰਗਾਹ ਪਾਵੋ ਠਾਓ, ਤੇਰੇ ਨਾਮ ਕਰਕੇ ਹੀ ਅੱਗੇ ਤੇਰੀ ਦਰਗਾਹ ਦੇ ਵਿੱਚ ਮੈਂ ਥਾਂ
ਪ੍ਰਾਪਤ ਕਰ ਸਕਾਂਗਾ। ਦੁਖ ਅੰਧੇਰਾ ਮਨ ਤੇ ਜਾਏ। ਇਹ ਪਰਮਾਤਮਾ ਤੇਰਾ ਨਾਮ ਜਪਣ ਕਰਕੇ ਜੰਮਣ ਮਰਨ ਦਾ ਦੁੱਖ ਅਤੇ ਅਗਿਆਨਤਾ ਦਾ ਹਨੇਰਾ ਮਨ ਤੋਂ ਚਲਿਆ ਜਾਂਦਾ ਹੈ। ਦੁਰਮਤ ਬਿਨ ਸਾਰਾਚਾ ਹਰਿ ਨਾਏ। ਤੇਰੇ ਹਰੀ ਨਾਮ ਵਿੱਚ ਰਚਨ ਕਰਕੇ ਖੋਟੀ ਮਤ ਨਾਸ਼ ਹੋ ਜਾਂਦੀ ਹੈ। ਚਰਨ ਕਮਲ ਸਿਉ ਲਾਗੀ ਪ੍ਰੀਤ। ਜਨਾਂ ਦੀ ਪ੍ਰੀਤੀ ਗੁਰਾਂ ਦੇ ਚਰਨ ਕਮਲਾਂ ਦੇ ਵਿੱਚ ਲਿਵ ਲੱਗੀ ਹੋਈ ਹੈ। ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੀ ਉਨਮਾਨ, ਕਹਿਬੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ। ਗੁਰ ਪੂਰੇ ਕੀ ਨਿਰਮਲ ਰੀਤ। ਪੂਰੇ ਗੁਰਾਂ ਦੀ ਨਾਮ ਜਪਣ ਜਪਾਉਣ ਰੂਪ ਉਜਲ ਰੀਤੀ ਉਜਲ ਮਰਿਆਦਾ ਹੈ। ਭਉ ਭਾਗਾ ਨਿਰਭਉ ਮਨ ਬਾਸੈ। ਗੁਰਾਂ ਦੀ ਕਿਰਪਾ ਕਰਕੇ ਮੇਰਾ ਸਾਰਾ ਡਰ ਭੱਜ ਗਿਆ ਤੇ ਭੈ ਤੋਂ ਰਹਿਤ ਸਰੂਪ ਹਿਰਦੇ ਵਿੱਚ ਵਸ ਗਿਆ ਹੈ। ਅੰਮ੍ਰਿਤ ਨਾਮ ਰਸਨਾ ਨਿਤ ਜਾਪੈ। ਪ੍ਰਭੂ ਦਾ ਅਮਰ ਕਰਨ ਵਾਲਾ ਨਾਮ ਮੇਰੀ ਜ਼ੁਬਾਨ ਨਿਤਾ ਪ੍ਰਤੀ ਜਪਣਾ ਕਰਦੀ ਹੈ। ਕੋਟ ਜਨਮ ਕੇ ਕਾਟੇ ਫਾਹੇ। ਪਰਮਾਤਮਾ ਨੇ ਕਰੋੜਾਂ ਜਨਮਾਂ ਦੇ ਵਾਸ਼ਨਾ ਬੰਧਨ ਰੂਪ ਫਾਹੇ ਕੱਟ ਦਿੱਤੇ ਹਨ। ਪਾਇਆ ਲਾਭ ਸਚਾ ਧਨ ਲਾਹੇ। ਮੈਂ ਸਾਰੇ ਲਾਹੀਆਂ ਵਿੱਚੋਂ ਸੱਚੇ ਨਾਮ ਰੂਪ ਧਨ ਦਾ ਲਾਭ ਪ੍ਰਾਪਤ ਕੀਤਾ ਹੈ। ਟੋਟ ਨ ਆਵੈ ਖੁੱਟ ਭੰਡਾਰ। ਨਾਮ ਦੇ ਕਦੇ ਨਾ ਮੁੱਕਣ ਵਾਲੇ ਖਜ਼ਾਨੇ ਭਰੇ ਹੋਏ ਨੇ, ਜਿਨ੍ਹਾਂ ਦਾ ਕਦੇ ਵੀ ਘਾਟਾ ਨਹੀਂ ਆਉਂਦਾ। ਨਾਨਕ ਭਗਤ ਸੋਹਾ ਹਰ ਦੁਆਰ। ਸਤਿਗੁਰੂ ਜੀ ਕਥਨ ਕਰਦੇ ਕਿ ਨਾਮ ਨੂੰ ਜਪਣ ਵਾਲੇ ਭਗਤ ਜਨ ਪ੍ਰਭੂ ਦੇ ਦਰਬਾਰ ਦੇ ਵਿੱਚ ਸ਼ੋਭਾ ਪਾਉਂਦੇ ਹਨ। ਸੋ ਆਓ ਬੈਠ ਆਦਰ ਸੁਭ ਦਿਓ। ਗੁਰੂ ਘਰ ਦੇ ਵਿੱਚ ਪ੍ਰਭੂ ਦੇ ਦਰਬਾਰ ਵਿੱਚ ਉਹਨਾਂ ਦੀ ਆਓ ਭਗਤ, ਉਹਨਾਂ ਦੀ ਸ਼ੋਭਾ ਹੁੰਦੀ ਹੈ। ਜਿਹੜੇ ਸ਼ਹੀਦ ਸਿੰਘ ਨੇ ਉਹ ਸਤਿਗੁਰੂ ਜੀ ਮਹਾਰਾਜ ਦੀ ਪਾਵਨ ਗੋਤ ਦੇ ਅਧਿਕਾਰੀ ਬਣ ਜਾਂਦੇ ਨੇ। ਬੱਚਿਆਂ ਤੋਂ ਵੱਧ ਮਹਾਰਾਜ ਉਹਨਾਂ ਨੂੰ ਪ੍ਰੇਮ ਕਰਦੇ। ਬੀਬੀ ਨਸੀਰਾਂ ਬੇਗਮ ਪੀਰ ਬੁੱਧੂ ਸ਼ਾਹ ਦੀ ਘਰ ਵਾਲੀ ਰੋਈ ਜਾਏ ਰੋਈ ਜਾਏ ਹੈ ਗੁਰਮੁਖ ਸੀਗੀ। ਉਂਝ ਇੰਨੇ ਹੀ ਪੀਰ ਜੀ ਨੂੰ ਗੁਰੂ ਗੋਬਿੰਦ ਸਿੰਘ ਦਾ ਸ਼ਰਧਾਲੂ ਬਣਾਇਆ ਸੀਗਾ ਕਿ ਪੀਰ ਜੀ ਗੁਰੂ ਮਹਾਰਾਜ ਰੱਬ ਦਾ ਰੂਪ ਨੇ, ਤੁਸੀਂ ਉਹਨਾਂ ਨੂੰ ਮਿਲੋ, ਜਾ ਕੇ ਦਰਸ਼ਨ ਕਰੋ, ਸੇਵਾ ਕਰੋ। ਇਹ ਗੁਰਮੁਖ ਬਿਰਤੀ ਵਾਲੀ ਸੀ। ਜਦ ਪੀਰ ਜੀ ਭੰਗਾਣੀ ਦੇ ਯੁੱਧ ਤੋਂ ਵਾਪਸ ਆਏ, ਕਹਿੰਦੀ ਮੇਰੇ ਪੁੱਤ ਤੁਸੀਂ ਕਿੱਥੇ ਛੱਡ ਆਏ? 4 ਪੁੱਤਾਂ ਚੋਂ 2 ਸ਼ਹੀਦ ਹੋ ਗਏ ਸਨ। ਤੇ ਜਿਸ ਵਕਤ ਉਹਨੇ ਬੜਾ ਵਿਰਾਗ ਕੀਤਾ ਤਾਂ ਪੀਰ ਜੀ ਨੇ ਆਖਿਆ ਕਿ ਵੇਖ ਗੁਰੂ ਸਾਹਿਬ ਨੇ ਸਾਨੂੰ ਕੀ ਦਿੱਤਾ ਹੈ। ਗੁਰੂ ਮਹਾਰਾਜ ਕੇਸਾਂ 'ਚ ਕੰਘਾ ਕਰ ਰਹੇ ਸਨ ਤਾਂ ਪੀਰ ਬੁੱਧੂ ਸ਼ਾਹ ਨੂੰ ਜਿਹੜੇ ਟੁੱਟੇ ਹੋਏ ਕੇਸ ਕੰਘੇ ਵਿੱਚ ਫਸ ਗਏ, ਕੰਘਾ ਕੇਸਾਂ ਸਮੇਤ ਮਹਾਰਾਜ ਨੇ ਨਵਾਂ ਕੰਘਾ ਆਪਦੇ ਕੇਸਾਂ 'ਚ ਲਾ ਕੇ ਉਹ ਕੰਘਾ ਕੇਸਾਂ ਸਮੇਤ ਆਖਿਆ ਲਾਓ ਪੀਰ ਜੀ ਝੋਲੀ ਕਰੋ, ਤੁਹਾਨੂੰ ਬਖਸ਼ਿਸ਼ ਦਿੰਦੇ ਆ। ਸਭ ਤੋਂ ਉੱਤਮ ਵਾਹਿਗੁਰੂ ਦੀ ਦਾਤ ਕੇਸ ਜਾਣੇ ਸਾਹਿਬਾਂ ਨੇ, ਤੇ ਉਹ ਮਹਾਰਾਜ ਨੇ ਆਪ ਦੀ ਨਿਸ਼ਾਨੀ ਪੀਰ ਬੁੱਧੂ ਸ਼ਾਹ ਨੂੰ ਦਿੱਤੀ ਤੇ ਨਾਲ ਸ਼ਾਇਦ ਦਸਤਾਰ ਵੀ ਦਿੱਤੀ, ਨਵੀਂ ਦਸਤਾਰ ਸਜਾਈ। 5000 ਰੁਪਈਆ ਸਰੋਪਾ ਦਿੱਤਾ ਕਿ ਜਿਹੜੇ ਜਿਹੜੇ ਤੁਹਾਡੇ ਮਰੀਦ ਸ਼ਹੀਦ ਹੋ ਗਏ ਨੇ ਉਹਨਾਂ ਦੇ ਘਰਦਿਆਂ ਨੂੰ ਜਾ ਕੇ ਸਾਡੇ ਵੱਲੋਂ ਇਹ ਮਾਇਆ ਦੀ ਸੇਵਾ ਕਰ ਦਿਓ। ਤੇ ਆਖਿਆ ਕਿ ਦੇਖ ਦਰਸ਼ਨ ਕਰ। ਜਦ ਬੀਬੀ ਨਸੀਰਾਂ ਬੇਗਮ ਨੇ ਉਹ ਕੰਘੇ ਦੇ ਦਰਸ਼ਨ ਕੀਤੇ, ਉਹ ਕੰਘੇ ਵਿੱਚ ਇੰਨੀ ਕਰਾਮਾਤ ਸੀਗੀ ਕਿ ਉਹਨੂੰ ਵਿੱਚੋਂ ਫਿਲਮ ਦਿਸੀ, ਫੋਟੋ ਦਿਸੀ। ਕੀ ਦਿਸਿਆ ਕਿ ਸੱਚਖੰਡ ਸੋਨੇ ਦੇ ਸਿੰਘਾਸਣ 'ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬੈਠੇ ਹੋਏ ਨੇ ਤੇ ਉਹਨਾਂ ਦੇ ਸੱਜੇ ਪੱਟ ਤੇ ਖੱਬੇ ਪੱਟ ਦੇ ਉਹਦੇ ਦੋਵੇਂ ਪੁੱਤਰ ਬੈਠੇ। ਮਹਾਰਾਜ ਉਹਨਾਂ ਦੇ ਸਿਰ ਪਲੋਸ ਰਹੇ ਨੇ ਤੇ ਉਹਨਾਂ ਨੂੰ ਗਲਵੱਕੜੀ 'ਚ ਲੈ ਕੇ ਪਿਆਰ ਕਰ ਰਹੇ ਨੇ। ਉਹ ਵੇਖ ਕੇ ਬੜੀ ਹੈਰਾਨ ਹੋਈ ਕਿ ਏਡੀ ਵੱਡੀ ਪਦਵੀ
ਕਹਿਣ ਲੱਗੀ ਪੀਰ ਜੀ ਆ ਜਿਹੜੇ 2 ਬਚਾ ਕੇ ਲੈਂਦੇ ਇਹਨਾਂ ਨੂੰ ਵੀ ਕਿਉਂ ਲਿਆਂਦਾ, ਇਹਨਾਂ ਨੂੰ ਵੀ ਸ਼ਹੀਦ ਕਰਾ ਆਉਂਦੇ। ਉਚਾਰਨ ਕਰੋ ਸਤਨਾਮ ਸ੍ਰੀ। ਏਡੀ ਵੱਡੀ ਪਦਵੀ ਹੈ ਸ਼ਹੀਦਾਂ ਦੀ, ਗੁਰੂ ਦੇ ਸਿੱਖਾਂ ਦੀ। ਇਸ ਲਈ ਪਾਤਸ਼ਾਹ ਜੀ ਫਰਮਾਉਂਦੇ ਨੇ ਨਾਨਕ ਭਗਤ, ਨਾਨਕ ਭਗਤ ਸੋਹਾ ਹਰ ਦੁਆਰ। ਜਿਹੜੇ ਸੰਤ ਨੇ, ਭਗਤ ਨੇ, ਸ਼ਹੀਦ ਹਨ, ਉਹ ਹਰੀ ਦੇ ਦੁਆਰੇ ਤੇ ਪ੍ਰਭੂ ਦੇ ਦਰਬਾਰ ਦੇ ਵਿੱਚ ਸ਼ੋਭਾ ਪਾਉਂਦੇ ਹਨ। ਅੱਜ ਵੀ ਤੁਹਾਨੂੰ ਅੰਮ੍ਰਿਤ ਵੇਲੇ ਸੱਚਖੰਡ ਹਰਿਮੰਦਰ ਸਾਹਿਬ ਪ੍ਰਕਾਸ਼ ਦੇ ਵਕਤ ਭੱਟਾਂ ਦੇ ਦਰਸ਼ਨ ਹੋਣਗੇ, ਸਵਈਏ ਪੜ੍ਹਦੇ ਤੁਹਾਨੂੰ ਦਿਖਣਗੇ। ਮੈਂ ਤਾਂ ਇਹੀ ਸਮਝਦਾ ਹਾਂ ਜਿਨ੍ਹਾਂ ਭੱਟਾਂ ਨੇ ਸਾਹਿਬਾਂ ਦੀ ਸੋਭਾ 'ਚ ਸਵਈਏ ਉਚਾਰਨ ਕੀਤੇ, ਉਹ ਜਿੰਨੇ ਵੀ ਅੰਮ੍ਰਿਤਸਰ ਦੇ ਦੁਕਾਨਦਾਰ ਨੇ, ਉਹ ਸਾਰੇ ਵਾਰੀ ਵਾਰੀ ਨਿਸ਼ਕਾਮਤਾ ਦੇ ਸਹਿਤ ਸ਼ਰਧਾ ਦੇ ਨਾਲ ਬੜੀ ਪੁਰਾਣੀ ਮਰਿਆਦਾ ਉੱਚੀ ਉੱਚੀ ਬੋਲ ਬੋਲ ਕੇ ਸਵਈਏ ਪੜ੍ਹਦੇ। ਉਹ ਭੱਟਾਂ ਦੀ ਹੋਈ ਤਾਂ ਕਿਰਪਾ ਹੈ, ਸਮਝ ਲਓ ਉਹੀ ਹਾਜ਼ਰ ਖੜੇ ਗੁਰੂ ਸਾਹਿਬ ਦੀ ਉਸਤਤੀ ਕਰ ਰਹੇ ਨੇ। ਸੰਤ ਭਗਤ ਪ੍ਰਵਾਨ ਜੋ ਪ੍ਰਭਾਇਆ। ਸੋ ਇਹ ਜਿਹੜੇ ਮਹਾਰਾਜ ਨੂੰ ਭਾਗ ਉਹ ਹਰ ਦੁਆਰੇ ਖੜੀਆਂ। ਤੁਸੀਂ ਪਹਿਰੇ ਤੇ ਭਾਈ ਮੰਝ ਖੜਾ ਵੇਖੋਗੇ, ਉਹ ਹਮੇਸ਼ਾ ਹੀ ਗੁਰਦੁਆਰੇ ਬਾਬਾ ਦੀਪ ਸਿੰਘ ਸਾਹਿਬ ਐਸੇ ਗੁਰਮੁਖਾਂ ਦੀ ਹਮੇਸ਼ਾ ਹਾਜ਼ਰੀ ਤੁਸੀਂ ਵੇਖੋਗੇ ਕਿ ਉਹ ਹਾਜ਼ਰ ਨਾਜ਼ਰ ਨੇ, ਜਿਨ੍ਹਾਂ ਗੁਰੂ ਦੇ ਸਤਿਕਾਰ ਹਿੱਤ ਆਪਦੀ ਜਾਨ ਨਿਸ਼ਾਵਰ ਕਰ ਦਿੱਤੀ। ਉਹ ਗੁਰੂ ਘਰ ਦੇ ਵਿੱਚ ਹਮੇਸ਼ਾ ਹਾਜ਼ਰ ਹਨ। ਹਰ ਦੁਆਰਾ ਖੜੀਆਂ ਦਰਸ਼ਨ ਕਰੀਆਂ, ਨਾਨਕ ਗੁਰ ਮੇਰੀਆਂ ਬਹੁਰ ਨਾ ਫਿਰੀਆਂ। ਨਾਮ ਜਪਣ ਵਾਲੇ ਸੰਤ ਭਗਤ ਸ਼ਹੀਦ ਸਿੰਘ ਪ੍ਰਭੂ ਦੇ ਸੱਚਖੰਡ ਦਰਬਾਰ ਦੇ ਵਿੱਚ ਸ਼ੋਭਾ ਪਾਉਂਦੇ ਹਨ। ਰਾਮ ਕਾਲੀ ਮਹੱਲਾ ਪੰਜਵਾ। ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਰਾਮਕਲੀ ਰਾਗ 'ਚ ਫਰਮਾਨ ਕਰਦੇ ਹਨ, ਜਿਸ ਨਾਮ ਕਰਕੇ ਗੁਰਮੁਖਾਂ ਨੂੰ ਸ਼ੋਭਾ ਮਿਲੀ ਹੈ, ਤੁਸੀਂ ਕੀ ਸਲਾਹ ਬਣਾਈ ਹੈ? ਤੁਸੀਂ ਵੀ ਜਪਣ ਦੀ ਸਲਾਹ ਕਰੋ ਭਾਈ। ਵੇਖੋ ਨਾਮ ਕਿੰਨਾ ਅਮੋਲਕ ਹੈ। ਪੈਸਾ ਹੀ ਭਗਵਾਨ ਨਹੀਂ ਹੈ, ਪੈਸਾ ਇਕੱਠਾ ਕਰੀ ਜਾਵੇ ਕੋਈ ਜ਼ਿੰਦਗੀ ਥੋੜ੍ਹਾ। ਕੁਛ ਆਪਦੀ ਆਤਮਾ ਦੇ ਭਲੇ ਲਈ ਵੀ ਖਜ਼ਾਨਾ ਜਮ੍ਹਾਂ ਕਰਨਾ ਚਾਹੀਦਾ। ਮਹਾਰਾਜ ਦਾ ਨਾਮ ਸਭ ਤੋਂ ਉੱਤਮ ਖਜ਼ਾਨਾ ਹੈ। ਲਓ ਪਿਆਰ ਨਾਲ ਸੁਣੋ। ਰਤਨ ਜਵੇ ਹਰ ਨਾਮ। ਪ੍ਰਭੂ ਦਾ ਨਾਮ ਰਤਨ ਦੀ ਤਰ੍ਹਾਂ, ਵੈਰਾਗ ਅਤੇ ਜਵੇਹਰ ਦੀ ਤਰ੍ਹਾਂ ਪਰੋਖ ਗਿਆਨ ਦੇਣ ਵਾਲਾ ਹੈ। ਸਤ ਸੰਤੋਖ ਗਿਆਨ। ਸਤ ਸੰਤੋਖ ਅਤੇ ਅਪਰੋਖ ਗਿਆਨ ਵੀ ਦੇਣ ਵਾਲਾ, ਬਖਸ਼ਿਸ਼ ਕਰਨੇ ਵਾਲਾ ਹੈ। ਰਤਨ ਲਾਲ ਜਾਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਖਾਵੇ ਖਰਚੇ ਰਲ ਮਿਲ ਪਾਈ, ਟੋਟ ਨਾ ਆਵੇ ਵਧੂ ਜਾਈ। ਸੁਖ ਸਹਿਜ ਦਇਆ ਕਾ ਪੋਤਾ। ਪ੍ਰਭੂ ਦਾ ਨਾਮ ਆਤਮਕ ਆਨੰਦ, ਸ਼ਾਂਤੀ ਤੇ ਦਇਆ ਦਾ ਖਜ਼ਾਨਾ ਜਹਾਜ਼ ਰੂਪ ਹੈ। ਹਰ ਭਗਤ ਹਵਾਲਾ ਹੋਤਾ। ਇਹ ਪਰਮਾਤਮਾ ਦੇ ਸੇਵਕ ਜਨਾਂ ਦੇ ਸਪੁਰਦ ਹੁੰਦਾ ਹੈ। ਮੇਰੇ ਰਾਮ ਕੋ ਭੰਡਾਰ। ਇਹ ਭਾਈ ਇਹ ਨਾਮ ਹੈ ਮੇਰੇ ਪ੍ਰਭੂ ਦਾ ਐਸਾ ਭੰਡਾਰਾ, ਐਸਾ ਖਜ਼ਾਨਾ ਹੈ। ਖਾਤ ਖਰਚ ਕਛ ਟੋਟ ਨਾ ਆਵੈ। ਜਿਸ ਖਜ਼ਾਨੇ ਨੂੰ ਭਗਤ ਜਨ ਆਪ ਜਪਣ ਰੂਪ ਖਾਂਦੇ ਨੇ, ਜਗਿਆਸਾ ਨੂੰ ਜਪਾਉਣ ਰੂਪ ਖਰਚ ਕਰਦੇ ਨੇ, ਪਰ ਫਿਰ ਵੀ ਕੁਝ ਘਾਟਾ ਨਹੀਂ ਆਉਂਦਾ ਹੈ। ਅੰਤ ਨਹੀਂ ਹਰ ਪਾਰਵਾਰ। ਹਰ ਹਰੀ ਦੇ ਨਾਮ ਦਾ ਪਾਰ ਉਤਾਰ ਕਰਕੇ ਕੋਈ ਵੀ ਅੰਤ ਨਹੀਂ ਪਾਇਆ ਜਾਂਦਾ। ਨਾਨਕਸਰ ਸਾਹਿਬ ਦੀ ਇਹ ਮਰਿਆਦਾ ਹੈ ਕਿ ਉਹ ਦਰਬਾਰ ਵਿੱਚ ਪੈਸੇ ਦਾ ਮੱਥਾ ਨਹੀਂ ਟਿਕਾਉਂਦੇ, ਗੁਰੂ ਸਾਹਿਬ ਦੇ ਸਨਮੁਖ ਗੋਲਕ ਨਹੀਂ ਰੱਖਦੇ, ਤੇ ਦੂਜਾ ਅੱਗ ਨਹੀਂ ਬਾਲਦੇ। ਜਿਹੜੇ ਮਹਾਂਪੁਰਖਾਂ ਦੇ ਅਸਲੀ ਸੇਵਕ ਨੇ ਉਹ ਇਸੇ ਤਰ੍ਹਾਂ ਦੀ ਮਰਿਆਦਾ 'ਚ ਅਜੇ ਵੀ ਵਿਚਰਦੇ ਨੇ। ਇੰਗਲੈਂਡ ਦੇ ਵਿੱਚ ਮੈਂ ਦਰਸ਼ਨ ਕੀਤੇ, ਵੁਲਵਰਹੈਂਪਟਨ ਦਾ ਲੰਗਰ ਵੀ ਚੱਲਦਾ, ਮਾਇਆ ਦੀ ਗੋਲਕ ਵੀ ਹੈ। ਸਾਹਿਬ ਗੁਰੂ ਸਾਹਿਬ ਦੀ ਕਿਰਪਾ। ਉੱਥੇ ਬਰਮਿੰਗਮ ਦੀ ਗੱਲ ਹੈ, ਤੇ ਆਉਂਦੀ ਬਾਕੀ ਇੱਧਰ ਨੂੰ ਆਉਣਾ ਸੀਗਾ, ਸੋਚਿਆ ਵੀ ਦੂਰ ਕੀ ਜਾਣਾ। ਸਮੈਦਕ ਵੀ ਕਥਾ ਤੇ ਨਾਨਕਸਰ ਦਾ ਗੁਰਦੁਆਰਾ ਸਾਹਿਬ, ਸੰਗਤਾਂ ਕਹਿੰਦੀਆਂ ਵੀ ਇੱਥੇ ਵੀ ਹਾਜ਼ਰੀ ਲੱਗਣੀ ਚਾਹੀਦੀ। ਮਹਾਂਪੁਰਖਾਂ ਨੂੰ ਬੇਨਤੀ ਕੀਤੀ, ਮੈਂ ਪਹਿਲਾਂ ਵੀ ਇੱਕ ਵਾਰ ਸੁਣਾਇਆ। ਉਹਨਾਂ ਮੈਨੂੰ ਸਿੱਧਾ ਹੀ ਕਹਿਤਾ, ਕਹਿੰਦੇ ਗਿਆਨੀ ਜੀ ਗੱਲ ਇਸ ਤਰ੍ਹਾਂ ਹੈ ਵੀ ਜਿਸ ਤਰ੍ਹਾਂ ਸਮੈਦਕ ਤੁਹਾਡਾ ਸੰਗਤ ਸਤਿਕਾਰ ਕਰਦੀ ਹੈ ਪੌਂਡਾਂ ਦੇ ਨਾਲ, ਕਥਾ ਕਰਦੇ ਹਾਂ,
ਸੰਗਤ ਮਾਇਆ ਦੀ ਭੇਟਾ ਰੱਖਦੀ ਹੈ। ਸਾਡੀ ਇਹ ਮਰਜ਼ਾਦਾ ਹੈ ਕਿ ਤੁਹਾਨੂੰ ਕਥਾ ਕਰਦਿਆਂ ਸੰਗਤ ਪੈਸਾ ਨਹੀਂ ਦੇ ਸਕਦੀ, ਵੀ ਫਰੀ 'ਚ ਕਰਨੀ ਪਊਗੀ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਵਿਹਲੇ ਵੀ ਤਾਂ ਬੈਠੇ ਰਹਿਣਾ, ਅਤੇ ਇੱਥੋਂ ਹੀ ਜਹਾਜ਼ੇ ਚੜ੍ਹਨਾ ਅਤੇ ਹਫ਼ਤਾ ਸਫਲ ਹੋਊਗਾ, ਤੁਹਾਡੇ ਦਰਸ਼ਨ ਹੋਣਗੇ। ਤੋ ਮਹਾਂਪੁਰਖਾਂ ਦੇ ਨਾਲ ਟਕਸਾਲ ਦੇ ਵਿੱਚ ਵੀ ਐਸੀ ਹੋਈ ਮਰਜ਼ਾਦਾ ਸੀਗੀ, ਅਤੇ ਇਸ ਵਾਸਤੇ ਕੋਈ ਬਾਤ ਨਹੀਂ। ਅਤੇ ਇੱਕ ਹਫ਼ਤਾ ਉਹਨਾਂ ਸਮਾਂ ਦਿੱਤਾ, ਅਤੇ ਜਦ ਪ੍ਰਸ਼ਾਦ ਛਕਣ ਦਾ ਵੇਲਾ ਆਉਣਾ, ਕੋਈ ਅੱਗ ਨਹੀਂ, ਕੋਈ ਲੰਗਰ ਨਹੀਂ, ਕੋਈ ਸੇਵਾਦਾਰ ਨਹੀਂ। ਸੰਗਤਾਂ ਇੰਨੀਆਂ ਸੋ ਪਿਆਰ ਵਾਲੀਆਂ, ਨਿਯਮ ਵਾਲੀਆਂ, ਆਪੋ ਆਪਣੇ ਘਰਾਂ ਤੋਂ ਟਿਫਨ ਲਿਆਉਣਾ, ਅਤੇ ਸੇਵਾਦਾਰਾਂ ਨੂੰ ਕਹਿਣਾ ਵੀ ਪੰਗਤ ਲਾ ਲਓ। ਆਪਦੇ ਹੱਥੀਂ ਵਰਤਾ ਕੇ ਵੰਨ ਸਵੰਨਾ ਸਭਨਾਂ ਨੇ, ਜੇ ਉਹਨਾਂ ਨੂੰ ਬਾਂਹ ਤੋਂ ਫੜ ਕੇ ਬਿਠਾਉਣਾ ਵੀ ਤੁਸੀਂ ਵੀ ਨਾਲ ਬਹਿ ਜਾਓ, ਕਹਿੰਦੇ ਨਹੀਂ, ਇਹ ਤੁਹਾਡੇ ਲਈ ਹੈ, ਕਿਸੇ ਨਹੀਂ ਬੈਠਣਾ। ਸੇਵਾਦਾਰਾਂ ਨੂੰ ਛਕਾ ਕੇ ਆਪਦੇ ਘਰਾਂ ਨੂੰ ਚੱਲ ਜਾਣਾ। ਅਖੰਡ ਪਾਠ ਦੀ ਲੜੀ ਚੱਲਣੀ, ਉਹ ਵੀ ਨਿਸ਼ਕਾਮਤਾ ਨਾਲ, ਕੋਈ ਮਾਇਆ ਧੇਲੇ ਦਾ ਕੋਈ ਲੋਭ ਲਾਲਚ ਨਹੀਂ। ਸੰਗਤਾਂ ਪਿਆਰ ਨਾਲ ਸੇਵਾ ਕਰਦੀਆਂ। ਅਤੇ ਉਹ ਜਦ ਸਮਾਪਤੀ ਹੋਈ ਹਫ਼ਤੇ ਬਾਅਦ, ਅਤੇ ਕੋਈ ਸੱਜੇ ਕੋਈ ਖੱਬੇ ਜੇਬਾਂ 'ਚ ਪਾਈ ਜਾਏ, ਕੋਈ ਹੱਥ 'ਚ ਫੜਾਈ ਜਾਏ। ਅਤੇ ਮੈਂ ਕਿਹਾ ਜੀ ਇਹ ਬਾਬਾ ਜੀ ਦਾ ਹੁਕਮ ਹੈ। ਉਹ ਸਾਨੂੰ ਦੱਸ ਪਏ, ਕਹਿੰਦੇ ਇਹ ਤਾਂ ਊਂ ਹੀ ਆਖਿਆ ਸੀਗਾ ਕਿ ਮਹਾਰਾਜ ਦੀ ਹਜ਼ੂਰੀ 'ਚ ਨਹੀਂ ਲਈ ਦੀ, ਇਹ ਤਾਂ ਸੰਗਤਾਂ ਬਾਹਰ ਵੈਸੇ ਪਿਆਰ ਨਾਲ ਸਤਿਕਾਰ ਦੇ ਰਹੀਆਂ। ਅਤੇ ਉਹ ਮੈਂ ਵੇਖਿਆ ਵੀ ਉਹ ਦੂਜੇ ਪਾਸੇ ਦੇ ਨਾਲੋਂ ਜ਼ਿਆਦਾ ਸੇਵਾ ਸੀਗੀ। ਹੈਰਾਨੀ ਦੀ ਗੱਲ। ਤੋ ਇਸ ਵਾਸਤੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਲਾਭ ਹੀ ਲਾਭ ਹੈ। ਜਿਹੜਾ ਨਾਮ ਦਾ ਖਜ਼ਾਨਾ, ਇਹਦੀ ਤਾਂ ਕੀਮਤ ਹੀ ਕੋਈ ਨਹੀਂ, ਇਹ ਤਾਂ ਬਾਹਰੀ ਗੱਲਾਂ ਨੇ। ਤੋ ਜਿਹੜੀ ਗੁਰੂ ਸਾਹਿਬ ਨੇ ਸੋਚ ਕੇ ਸਾਨੂੰ ਰੱਖਿਆ ਵੀ ਕੀ ਦੇਣਾ ਹੈ, ਹੁਣ ਮਹਾਰਾਜ ਦੇ ਮਨ 'ਚ ਕੀ ਪਤਾ ਕੀ ਹੋਊਗਾ, ਵੀ ਇਹਨਾਂ ਨੂੰ ਆਪਾਂ ਕੀ ਬਖਸ਼ਿਸ਼ ਕਰਨਾ। ਇਹ ਤਾਂ ਮਾਂ ਪਿਓ ਹੀ ਜਾਣਦਾ ਨਾ ਕਿ ਬੱਚਿਆਂ ਨੂੰ ਕਿਹੜੀ ਉਮਰ 'ਚ ਕਿਹੜੀ ਚੀਜ਼ ਦੇਣੀ ਹੈ। ਵੇਖੋ ਮਾਂ ਪਿਓ ਸਿਆਣਿਆਂ ਨੇ ਘਰ ਵੀ ਬਣਾਏ ਹੁੰਦੇ ਨੇ, ਪੈਲੀ ਬੰਨੇ ਦਾ ਵੀ ਖਿਆਲ ਰੱਖਿਆ ਹੁੰਦਾ, ਐਫਡੀਆਂ ਵੀ ਕਰਾਈਆਂ ਹੁੰਦੀਆਂ, ਬੱਚਿਆਂ ਨੂੰ ਪਤਾ ਕੋਈ ਨਹੀਂ। ਉਹ ਕਈ ਵਾਰ ਪਰੇਸ਼ਾਨ ਹੋ ਜਾਂਦੇ, ਤੋ ਮਾਂ ਪਿਓ 'ਤੇ ਦੋਸ਼ ਲਾਉਂਦੇ ਨੇ, ਗੁੱਸਾ ਕਰਦੇ। ਪਰ ਮਾਂ ਪਿਓ ਆਪਦੇ ਬੱਚਿਆਂ ਦਾ, ਸੋ ਭਾਵੇਂ ਜਿੰਨੇ ਵੀ ਹੋਣ, ਸਭਨਾਂ ਦਾ ਖਿਆਲ ਰੱਖਦੇ। ਇਉਂ ਗੁਰੂ ਨਾਨਕ ਸਾਹਿਬ ਦਾ ਪਰਿਵਾਰ ਹੈ। ਸੋ ਬਾਹਰੀ ਗੱਲਾਂ ਤਾਂ ਬਾਹਰ ਦੀਆਂ, ਸੰਸਾਰ ਦੀਆਂ ਨੇ। ਸਤਿਗੁਰੂ ਮਹਾਰਾਜ ਨੇ ਅੰਤਰੀ ਭਾਵਨਾ ਦੇ ਨਾਲ ਕੀ ਪਤਾ ਕੀ ਸੋਚਿਆ, ਅਤੇ ਕਿੰਨੀ ਬਖਸ਼ਿਸ਼ ਕਦੋਂ ਦੇਣੀ ਹੈ, ਮਹਾਰਾਜ ਨੂੰ ਪਤਾ ਹੈ। ਪਾਤਸ਼ਾਹ ਦਾ ਫਰਮਾਨ ਹੈ ਕਿ ਇਹ ਨਾਮ ਦੀ ਕੋਈ ਕੀਮਤ ਨਹੀਂ, ਰਤਨ ਅਤੇ ਜਵਾਹਰਾਤਾਂ ਦੇ ਨਾਲੋਂ ਅਮੁੱਲਕ ਹੈ। ਸਤ ਸੰਤੋਖ ਆਦਿ ਗੁਣਾਂ ਦਾ ਖਜ਼ਾਨਾ, ਸੁੱਖ ਤੋਂ ਆਤਮ ਗਿਆਨ ਅਤੇ ਦਇਆ ਦਾ ਖਜ਼ਾਨਾ ਜਹਾਜ਼ ਹੈ। ਇਹ ਹਰੀ ਦੇ ਭਗਤਾਂ ਦੇ ਸਪੁਰਦ ਮਹਾਰਾਜ ਨੇ ਕੀਤਾ। ਸੰਤਨ ਹੱਥ ਰਾਖੀ ਕੁੰਜੀ, ਇਹ ਮੇਰੇ ਰਾਮ ਦਾ ਭੰਡਾਰਾ ਜੇ, ਖਾਂਦਿਆਂ ਖਰਚਦਿਆਂ ਘਾਟਾ ਨਹੀਂ ਆਉਂਦਾ ਹੈ। ਅੰਤ ਨਹੀਂ ਹਰ ਪਾਰਾਵਾਰ, ਹਰੀ ਦੇ ਨਾਮ ਦਾ ਕੋਈ ਪਾਰਾਵਾਰ ਅੰਤ ਨਹੀਂ ਹੈ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਵੇਖਣ ਸੁਣ ਨਾ ਅੰਤ, ਅੰਤ ਨਾ ਕਰਨੇ ਦੇ ਨਾ ਅੰਤ, ਅੰਤ ਨਾ ਵੇਖਣ ਸੁਣ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਕਿੰਨੀ ਮਾਇਆ ਉਹਨੇ ਪਾਈ ਬਣਾਈ ਹੈ ਪਦਾਰਥ, ਕੋਈ ਅੰਤ ਨਹੀਂ ਹੈ। ਕਿੰਨੀ ਬਖਸ਼ਿਸ਼ ਹੈ, ਅੰਤ ਨਾ ਅੰਤਾ ਸਦਾ ਬੇਅੰਤਾ। ਉਹ ਨਾਨਕ ਉੱਚੋ ਉੱਚਾ, ਉਹਦੇ ਭੰਡਾਰੇ, ਉਹਦੇ ਖਜ਼ਾਨੇ ਭਰੇ ਹੋਏ ਹਨ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ, ਕੀਰਤਨ ਨਿਰਮੋਲਕ ਹੀਰਾ। ਇਹ ਭਾਈ ਪਰਮਾਤਮਾ ਦਾ ਜੋ ਕੀਰਤਨ ਹੈ, ਜਸ ਹੈ, ਇਹ ਅਮੋਲਕ ਹੀਰਾ ਰੂਪ ਹੈ। ਆਨੰਦ ਗੁਣੀ ਗਹੀਰਾ, ਜੋ ਆਤਮਕ ਆਨੰਦ ਦੇਣ ਵਾਲਾ ਤੇ ਗੁਣਾਂ ਦਾ ਸਮੁੰਦਰ, ਗੁਣਾਂ ਦਾ ਖਜ਼ਾਨਾ ਹੈ। ਕਹਿੰਦੇ ਜਿਹਨੇ ਹੀਰੇ ਮੋਤੀ ਦਾਨ ਕੀਤੇ ਹੋਣ, ਉਹਨੂੰ ਕੀਰਤਨ ਦੀ ਦਾਤ ਪ੍ਰਾਪਤ ਹੁੰਦੀ ਹੈ। ਇੰਨੇ ਵੱਡੇ ਭਾਗ, ਮਤਲਬ ਗੁਣ ਜਮ੍ਹਾਂ ਹੋਣ, ਕੋਈ ਦਾਨ ਪੁੰਨ ਹੋਏ, ਤਾਂ ਮਹਾਰਾਜ ਦੇ ਘਰੋਂ
ਇਹ ਬਾਣੀ ਦੇ ਕੀਰਤਨ ਦੀ ਦਾਤ ਮਿਲਦੀ ਹੈ। ਇਹ ਆਨੰਦ ਦੇ ਦੇਣ ਵਾਲਾ ਗੁਣਾਂ ਦਾ ਖਜ਼ਾਨਾ ਹੈ। ਜਿਵੇਂ ਜਿਵੇਂ ਕਰੋ ਤਿਵੇਂ ਤਿਵੇਂ ਗੁਣ ਜਮ੍ਹਾਂ ਹੁੰਦੇ ਹਨ। ਅਨਹਦ ਬਾਣੀ ਪੂੰਜੀ ਹੱਦ ਤੋਂ ਰਹਿਤ ਇੱਕ ਰਸ ਲਿਵ ਲਾਉਣ ਵਾਲੀ ਬਾਣੀ ਬ੍ਰਹਮ ਵਿਦਿਆ ਰੂਪ ਪੂੰਜੀ ਹੈ। ਸੋ ਇਹ ਗੁਪਤ ਪ੍ਰਸ਼ਨ ਅਤੁੱਲ ਧਨ, ਜਿਹੜਾ ਗੁਪਤ ਹਲਕਾ ਤੇ ਮਿਣਤੀ ਤੋਂ ਰਹਿਤ ਧਨ ਹੈ। ਸੰਤਨ ਹੱਥ ਰਾਖੀ ਕੁੰਜੀ ਇਹਦੀ ਭਗਤੀ, ਇਹਦੀ ਸ਼ਰਧਾ, ਇਹਦੀ ਪ੍ਰੀਤੀ ਰੂਪ ਜਿਹੜੀ ਚਾਬੀ ਹੈ, ਸ਼ਾਂਤ ਚਿਤ ਮਹਾਤਮਾ ਜਨਾਂ ਦੇ ਵਾਹਿਗੁਰੂ ਨੇ ਹੱਥ ਵਿੱਚ ਰੱਖੀ ਹੋਈ ਹੈ। ਸੁਨ ਸਮਾਦ ਗੁਫਾ ਤੈ ਆਸਨ ਜੋ ਅਫੁਰ ਅਵਸਥਾ ਰੂਪ ਗੁਫਾ 'ਚ ਸੰਤ ਜਨਾਂ ਨੇ ਸਮਾਧੀ ਲਾਈ ਹੋਈ, ਜਾਂ ਜੋ ਅੰਤਕਰਨ ਰੂਪ ਗੁਫਾ 'ਚ ਅਫੁਰ ਸਰੂਪ ਪ੍ਰਭੂ ਸਮਾਧੀ ਲਾਈ ਬੈਠਾ, ਉੱਥੇ ਉਸ ਸਰੂਪ 'ਚ ਸੰਤ ਜਨ ਸਥਿਤੀ ਕਰਦੇ ਹਨ। ਕੇਵਲ ਬ੍ਰਹਮ ਪੂਰਨ ਤਹ ਬਾਸਨ ਜਿੱਥੇ ਸਿਰਫ ਪੂਰਨ ਬ੍ਰਹਮ ਹੀ ਵਿਆਪਕ ਹੈ, ਉਸ ਰੂਪ 'ਚ ਸੰਤ ਜਨ ਵਸਣਾ ਕਰਦੇ ਨੇ। ਤਹ ਭਗਤ ਸੰਗ ਪ੍ਰਭ ਗੋਸ਼ਟ ਕਰਤ ਆਪਣੇ ਭਗਤ ਜਨਾਂ ਦੇ ਨਾਲ ਪਰਮਾਤਮਾ ਆਪ ਵਿਚਾਰ ਚਰਚਾ ਕਰਦਾ ਹੈ। ਸਰਗੁਣ ਸਰੂਪ 'ਚ ਪ੍ਰਤੱਖ ਵਿਚਾਰ ਕਰਦਾ ਤੇ ਨਿਰਗੁਣ ਸਰੂਪ 'ਚ ਤੁਰੀ ਅਵਸਥਾ ਅੰਦਰ ਚਿੱਤ ਦੀ ਚਿਤਵਨੀ ਵਿੱਚ ਬਾਣੀ ਰੂਪ ਹੋ ਕੇ ਵਿਚਾਰ ਕਰਦਾ ਹੈ। ਤਹ ਹਰਖ ਨ ਸੋਗਾ ਨਾ ਜਨਮ ਨ ਮਰਤ ਉਸ ਬ੍ਰਹਮ ਨਾਲ ਭੇਦਤਾ ਦੀ ਅਵਸਥਾ 'ਚ ਪਦਾਰਥ ਆਏ ਤੋਂ ਖੁਸ਼ੀ ਨਹੀਂ, ਗਏ ਤੋਂ ਗਮੀ ਨਹੀਂ, ਨਾ ਹੀ ਜਨਮ ਹੁੰਦਾ, ਨਾ ਹੀ ਮਰਨ ਦਾ ਭੈ ਹੁੰਦਾ। ਭਾਵ ਸੰਤ ਜਨ ਹਰਖ ਸੋਗ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਹਨ। ਕਰ ਕਿਰਪਾ ਜਿਸ ਆਪ ਦਿਵਾਇਆ ਪ੍ਰਭੂ ਨੇ ਕਿਰਪਾ ਮਿਹਰ ਕਰਕੇ ਜਿਸ ਨੂੰ ਇਹ ਨਾਮ ਰੂਪੀ ਧਨ ਆਪ ਦਿਵਾਉਣਾ ਕੀਤਾ ਗੁਰਾਂ ਦੇ ਪਾਸੋਂ। ਸਾਧ ਸੰਗ ਤਿਨ ਹਰ ਧਨ ਪਾਇਆ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ 'ਚ ਮਿਲ ਕੇ ਉਸਨੇ ਹੀ ਇਹ ਹਰੀ ਦਾ ਨਾਮ ਰੂਪ ਧਨ ਪਾਉਣਾ ਕੀਤਾ ਹੈ। ਦਿਆਲ ਪੁਰਖ ਨਾਨਕ ਅਰਦਾਸ ਸਤਿਗੁਰੂ ਮਹਾਰਾਜ ਕਥਨ ਕਰਦੇ, ਹੇ ਦਇਆ ਦੇ ਘਰ ਪੂਰਨ ਪਰਮਾਤਮਾ, ਮੇਰੀ ਤੇਰੀ ਅੱਗੇ ਅਰਦਾਸ ਇਹ ਬੇਨਤੀ ਹੈ। ਹਰ ਮੇਰੇ ਵਰਤਨ ਹਰ ਮੇਰੀ ਰਾਸ ਇਹ ਹਰੀ ਤੂੰ ਹੀ ਮੇਰੀ ਵਰਤਨ ਵਸਤ ਬਲੀਵਾ ਹੈ, ਵਰਤੋਂ ਵਿਹਾਰ ਹੋਣਾ ਕਰ। ਇਹ ਹਰੀ ਤੂੰ ਹੀ ਮੇਰੀ ਸ਼ਰਧਾ ਰੂਪ ਪੂੰਜੀ ਹੋਣਾ ਕਰ। ਇੱਥੇ ਸਮਾਪਤੀ ਹੈ ਜੀ। 35 ਸ਼ਬਦਾਂ ਦੀ ਕਥਾ ਆਪ ਸਰਵਣ ਕਰ ਚੁੱਕੇ ਹੋ। ਭੁੱਲਾਂ ਚੁੱਕਾ ਖਿਮਾ ਕਰਨੀ ਹੈ, ਅੱਗੇ ਤੋਂ ਸਮਤ ਬਖਸ਼ਣੀ। ਦਿਆਲ ਪੁਰਖ ਨਾਨਕ ਅਰਦਾਸ ਹਰ ਮੇਰੀ ਵਰਤਨ ਹਰ ਮੇਰੀ ਰਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।